ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 28 ਜੁਲਾਈ ਨੂੰ ਮੰਤਰੀ ਮੰਡਲ ਦੀ ਬੈਠਕ ਬੁਲਾਈ ਗਈ ਹੈ। ਮੰਤਰੀ ਪਰਿਸ਼ਦ ਦੀ ਬੈਠਕ ਵੀਰਵਾਰ ਨੂੰ 11 ਵਜੇ ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦਾ ਏਜੰਡਾ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਕਿਆਸ ਲਗਾਏ ਜਾ ਰਹੇ ਹਨ ਕਿ 28 ਜੁਲਾਈ ਨੂੰ ਹੋਣ ਵਾਲੀ ਮੰਤਰੀ ਪਰਿਸ਼ਦ ਦੀ ਮੀਟਿੰਗ ਵਿੱਚ ਕੁਝ ਅਹਿਮ ਫੈਸਲੇ ਲਿੱਤੇ ਜਾ ਸਕਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਕੈਬਨਿਟ ਦਾ ਵਿਸਤਾਰ ਕੀਤਾ ਜਾ ਚੁੱਕਾ ਹੈ ਅਤੇ ਹਰੇਕ ਮੰਤਰੀ ਵੱਲੋਂ ਪੂਰੀ ਇਮਾਨਦਾਰੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ 28 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਵਿੱਚ ਪੰਜਾਬ ਵਾਸੀਆਂ ਲਈ ਵੀ ਕੋਈ ਵੱਡੀ ਖੁਸ਼ਖਬਰੀ ਸੁਣਾਈ ਜਾ ਸਕਦੀ ਹੈ। ਲੋਕਾਂ ਦੀ ਸੁਵਿਧਾ ਲਈ ਹੁਣ ਸੇਵਾ ਕੇਂਦਰ ਹਫ਼ਤੇ ਦੇ ਸਾਰੇ ਦਿਨ ਖੁੱਲ੍ਹੇ ਰਹਿਣਗੇ। ਇਸ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾਕਟਰ ਹਰੀਸ਼ ਨਈਅਰ ਨੇ ਦੱਸਿਆ ਕਿ ਹੁਣ ਸੇਵਾ ਕੇਂਦਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਸ਼ਨੀਵਾਰ ਅਤੇ ਐਤਵਾਰ ਸਵੇਰੇ 8 ਵਜੇ ਤੋਂ 4 ਵਜੇ ਤੱਕ ਖੁੱਲ੍ਹੇ ਰਹਿਣਗੇ। ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਕੰਮਕਾਜ ਦੇ ਦਿਨਾਂ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਲੈ ਸਕਦੇ ਹਨ। ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਦ੍ਰੋਪਦੀ ਮੁਰਮੂ ਨੇ ਭਾਰਤ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ। ਉਹ ਦੇਸ਼ ਦੀ ਪਹਿਲੀ ਆਦੀਵਾਸੀ ਮਹਿਲਾ ਰਾਸ਼ਟਰਪਤੀ ਹੈ। ਦ੍ਰੋਪਦੀ ਮੁਰਮੂ ਦੇ ਰਾਸ਼ਟਰਪਤੀ ਬਣਨ ਤੇ ਆਦੀਵਾਸੀ ਸਮਾਜ ਵਿੱਚ ਖੁਸ਼ੀ ਦਾ ਮਾਹੌਲ ਹੈ। ਦ੍ਰੋਪਦੀ ਮੁਰਮੂ ਨੇ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਦੇਸ਼ ਦੇ ਸਰਵਉੱਚ ਸੰਵਿਧਾਨ ਅਹੁਦੇ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਉਹਨਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਭਾਰਤ ਦੇ ਚੀਫ ਜਸਟਿਸ NV ਰਮਨਾ ਨੇ ਉਹਨਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਚੁਣੀ ਗਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ 2015 ਵਿੱਚ ਝਾਰਖੰਡ ਦੀ ਰਾਜਪਾਲ ਵਜੋਂ ਸਹੁੰ ਚੁੱਕਣ ਵਾਲੀ ਪਹਿਲੀ ਔਰਤ ਸੀ। ਨਵੀਂ ਚੁਣੀ ਗਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉੜੀਸਾ ਤੋਂ 2 ਵਾਰ ਭਾਜਪਾ ਦੀ ਵਿਧਾਇਕ ਰਹੀ ਹੈ। ਜਦੋਂ ਬੀਜੂ ਜਨਤਾ ਦਲ ਨੇ BJP ਦੇ ਸਮਰਥਨ ਨਾਲ ਉੜੀਸਾ ਵਿੱਚ ਸਰਕਾਰ ਬਣਾਈ ਤਾਂ ਉਹਨਾਂ ਨੂੰ ਨਵੀਨ ਪਟਨਾਇਕ ਕੈਬਨਿਟ ਵਿੱਚ ਮੰਤਰੀ ਬਣਾਇਆ ਗਿਆ। ਨਵੀਂ ਚੁਣੀ ਗਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕੋਲ ਉੜੀਸਾ ਸਰਕਾਰ ਵਿੱਚ ਟਰਾਂਸਪੋਰਟ, ਵਣਜ, ਮੱਛੀ ਪਾਲਣ ਅਤੇ ਪਸ਼ੂ ਪਾਲਣ ਵਰਗੇ ਮੰਤਰਾਲਿਆਂ ਨੂੰ ਸੰਭਾਲਣ ਦੇ ਵੱਖੋ ਵੱਖਰੇ ਪ੍ਰਸ਼ਾਸਨਿਕ ਤਜਰਬੇ ਹਨ। ਪੰਜਾਬ ਸਰਕਾਰ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕਰਨ ਜਾ ਰਹੀ ਹੈ। ਇਸ ਲਈ ਪੰਜਾਬ ਪੁਲਿਸ ਨੇ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਪੰਜਾਬ ਸਰਕਾਰ ਨੇ ਪੁਲਿਸ ਨੂੰ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਸੂਬੇ ਵਿੱਚੋਂ ਗੈਂਗਸਟਰ ਕਲਚਰ ਨੂੰ ਹਰ ਹੀਲੇ ਨੱਥ ਪਾਈ ਜਾਵੇ। ਇਸ ਲਈ ਪੁਲਿਸ ਨੂੰ ਵਾਧੂ ਤਾਕਤਾਂ ਦਿੱਤੀਆਂ ਗਈਆਂ ਹਨ। ਸੂਤਰਾਂ ਮੁਤਾਬਕ ਪੁਲਿਸ ਨੇ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਇਸ ਤਹਿਤ ਜਲਦੀ ਹੀ ਸੂਬੇ ਦੀਆਂ 8 ਪੁਲਿਸ ਰੇਂਜਾਂ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ। ਇਸ ਵਿੱਚ 250 ਅਧਿਕਾਰੀ ਅਤੇ ਕਮਾਂਡੋ ਤਾਇਨਾਤ ਕੀਤੇ ਜਾਣਗੇ, ਜਿਨ੍ਹਾਂ ਨੂੰ ਹਾਈਟੈਕ ਹਥਿਆਰ ਦਿੱਤੇ ਜਾਣਗੇ। IG ਪੱਧਰ ਦੇ ਅਧਿਕਾਰੀ ਟੀਮ ਦੀ ਅਗਵਾਈ ਕਰਨਗੇ। ਅੰਮ੍ਰਿਤਸਰ ਸਮੇਤ ਜਦੋਂ ਕਿਸੇ ਵੀ ਮੁਕਾਬਲੇ ਵਰਗੀ ਸਥਿਤੀ ਪੈਦਾ ਹੋਵੇਗੀ ਤਾਂ ਇਹ ਟੀਮਾਂ ਇਸ ਨੂੰ ਅੰਜਾਮ ਦੇਣਗੀਆਂ। ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਇਹ ਟੀਮਾਂ ਪਟਿਆਲਾ, ਬਠਿੰਡਾ, ਫਿਰੋਜ਼ਪੁਰ, ਲੁਧਿਆਣਾ, ਜਲੰਧਰ, ਰੋਪੜ, ਫਰੀਦਕੋਟ ਬਾਰਡਰ ਰੇਂਜ ਵਿੱਚ ਤਾਇਨਾਤ ਰਹਿਣਗੀਆਂ। ਇਹ ਟੀਮਾਂ ਲਗਾਤਾਰ ਆਪਣੇ ਇਲਾਕੇ ਵਿੱਚ ਗੈਂਗਸਟਰਾਂ ਦੀ ਭਾਲ ਕਰਨਗੀਆਂ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਣਗੀਆਂ। ਜੇਕਰ ਐਨਕਾਊਂਟਰ ਦੀ ਸਥਿਤੀ ਹੁੰਦੀ ਹੈ ਤਾਂ ਇਹਨਾਂ ਟੀਮਾਂ ਨੂੰ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ 90 ਤੋਂ ਵੱਧ ਗੈਂਗਸਟਰਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਜਾਂ ਫਿਰ ਉਹਨਾਂ ਨੂੰ ਖਤਮ ਕੀਤਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੰਗਲਵਾਰ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਚੰਡੀਗੜ੍ਹ ਨੇ 26 ਜੁਲਾਈ ਤੋਂ 3 ਦਿਨਾਂ ਤੱਕ ਭਾਰੀ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਮਾਝੇ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ, ਦੁਆਬੇ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਇਸੇ ਤਰ੍ਹਾਂ ਪੂਰਬੀ ਮਾਲਵੇ ਵਿੱਚ ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਮੋਹਾਲੀ 'ਚ ਵੀ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਭਾਰੀ ਬਾਰਿਸ਼ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਸਥਿਤੀ ਬਣ ਸਕਦੀ ਹੈ। ਅਜਿਹੇ ਵਿੱਚ ਮੌਸਮ ਵਿਭਾਗ ਨੇ ਲੋਕਾਂ ਨੂੰ ਭਾਰੀ ਬਾਰਿਸ਼ ਦੇ ਦਿਨਾਂ ਵਿੱਚ ਨੀਵੇਂ ਇਲਾਕਿਆਂ ਵਿੱਚ ਜਾਣ ਤੋਂ ਬਚਣ ਲਈ ਸੁਚੇਤ ਕੀਤਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਬਰਸਾਤ ਦੌਰਾਨ ਗੱਡੀ ਚਲਾਉਣ ਸਮੇਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ। ਦੱਸਦੇ ਕਿ ਸੋਮਵਾਰ ਸਵੇਰ ਦੇ ਸਮੇਂ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ। ਸੂਬੇ ਵਿੱਚ ਸਵੇਰੇ 8 ਵਜੇ ਪਾਰਾ 26 ਡਿਗਰੀ ਸੈਲਸੀਅਸ ਸੀ। ਮੌਸਮ ਵਿਭਾਗ ਮੁਤਾਬਕ ਅੱਜ ਸਾਰਾ ਦਿਨ ਤੇਜ਼ ਧੁੱਪ ਰਹੇਗੀ, ਜਿਸ ਕਾਰਨ ਪਾਰਾ ਵਧੇਗਾ, ਜਦੋਂ ਕਿ ਕੱਲ੍ਹ ਤੋਂ ਮੌਸਮ ਫਿਰ ਤੋਂ ਬਦਲ ਜਾਵੇਗਾ। ਮੌਸਮ ਕੇਂਦਰ ਚੰਡੀਗੜ੍ਹ ਦੀ ਭਵਿੱਖਬਾਣੀ ਮੁਤਾਬਕ ਭਲਕੇ ਲੁਧਿਆਣਾ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਬੁੱਧਵਾਰ ਨੂੰ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ 'ਚ ਕੱਲ੍ਹ ਤੋਂ ਅਗਲੇ 3 ਦਿਨਾਂ ਤੱਕ ਭਾਰੀ ਮੀਂਹ ਪਵੇਗਾ ਅਤੇ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। ਭਗਵੰਤ ਮਾਨ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਐਕਸ਼ਨ ਮੋਡ ਵਿੱਚ ਹਨ। ਇੱਕ ਹਸਪਤਾਲ ਦਾ ਦੌਰਾ ਕਰਦੇ ਹੋਏ ਉਹ ਹਸਪਤਾਲ ਦੇ ਅਧਿਕਾਰੀਆਂ ਤੋਂ ਨਾਰਾਜ਼ ਹੋ ਗਏ। ਚੇਤਨ ਸਿੰਘ ਜੋੜਾ ਮਾਜਰਾ ਨੇ ਹਸਪਤਾਲ ਵਿੱਚ ਗੰਦਗੀ ਨੂੰ ਦੇਖ ਕੇ ਅਧਿਕਾਰੀਆਂ ਨੂੰ ਜਲਦ ਇਸ ਦੀ ਸਾਫ਼ ਸਫਾਈ
ਕਰਨ ਲਈ ਆਦੇਸ਼ ਦਿੱਤੇ ਹਨ। सर आहा ना सर वेली का तो मैंने पता नहीं, अज नहीं है बस अज बिल्कुल ही गंद है। देखो मैनू 1:30 बजे मैनू लगता नहीं है, ये तो ऐ लगता जिन्हें साल बदी चक्की नहीं होंगे। आप ही देखो इन्हू कौन कहूगा भी चक्का जाऊगा 1:30 बजे, ये तो ऐ लगता जिवें कदे मौके ते सफाई कीती हुणी कीता होया है सारा। आ देखो सारा गंद मंद जिहड़ा है ना, आ जिहड़ा हैगे ने आ सारा आला दुआला जब तक हॉस्पिटल का साफ नहीं है, ਇਹਦਾ मतलब है इधर कुछ नहीं। आला दुआला बिल्कुल साफ। सर मेरी बेनती है, नगर कौंसल तो लोग एसडीएम साहब थोड़े लवे खड़े ने, उन्होंने कहो बदलਵੇਂ प्रबंध करके देंगे। सर ये कोई बहानेबाजी नहीं सर, समझो सर ना। एसडीएम साहब प्रॉपर तुसी हो जाए उरे रोज गेड़ा मारना है। जे ਤੁਹਾਡੀ 2 दिन ड्यूटी है ਜਾਂ 3 दिन ड्यूटी है, ਤੁਸੀਂ 3 दिन हॉस्पिटल जरूर विजिट करना है। ਇਹ ਸਾਡੀ ਮੁੱਢਲੀ ਪ੍ਰਾਇੋਰਟੀ ਹੈ। ਅਸੀਂ ਜੇ ਸਿਹਤ ਸੇਵਾ ਮੰਦੇ ਸਾਡੇ ਸਕੀ ਦੇਣਾ ਸਰ, ਮੈਂ ਕਦੇ ਵੀ ਵਿजिट ਕਰ ਸਕਦਾ। ਇਹ ਨਾ ਸੋਚੋ ਦੱਸ ਕੇ ਆਉਂਗਾ ਅੱਜ ਮੇਰੀ ਮਜਬੂਰੀ ਸੀ, ਸਮਝੋ ਗੱਲ ਨੂੰ। ਮੈਂ ਤੁਹਾਨੂੰ ਘੰਟਾ ਪਹਿਲਾਂ ਪਤਾ ਤਾਂ ਲੱਗ ਗਿਆ ਤੁਹਾਨੂੰ, ਪਰ ਇਹ ਨਹੀਂ ਚਾਹੀਦਾ, ਇਹ ਨਹੀਂ ਚਾਹੀਦਾ। ਕਾਸ਼ ਆਪਣੇ ਬੱਚੇ ਇਸ ਉਸ 'ਚ ਰਹਿ ਸਕਦੇ, नहीं रह सकते। और सारा देखो गड्डी चाबी है ਤੁਹਾਡੀ ਕਿ ਹੁਣੇ ਚੱਕ ਕੇ ਲੈ ਜਾਂਦੇ ਸਰ, ਰਾਤ ਦੀ ਗੱਡੀ ਆਉਂਦੀ ਹੈ ਜਿਹੜੀ ਸਰ ਇੱਧਰ ਜਿਹੜਾ ਹਾਂਜੀ ਇਹ ਜੇ ਹਾਲਾਤ ਨੇ, ਜਿਹੜੇ ਹਾਲਾਤ ਨੇ ਸਰ, ਇਹ ਏਦਾਂ ਸਿੱਖਣ ਵਾਲਾ ਹੈਗਾ। ਸਰ ਲੈ ਜਾਂਦੇ ਚੱਕ ਕੇ ਮਿਊਨਿਸਪਲ ਕਾਰਪੋਰੇਸ਼ਨ ਵਾਲੇ ਕਦੋਂ ਲੈ ਕੇ ਜਾਣਾ 1:30 ਵਜੇ ਦੇ ਕਰੀਬ ਲੈ ਜਾਂਦੇ ਸਰ? ਇਹ ਏਦਾਂ ਖਿੰਡਣਾ ਚਾਹੀਦਾ ਨਹੀਂ ਸਰ, ਨਹੀਂ ਹਾਂਜੀ ਡੇਲੀ ਸਾਫ ਕਰ ਰਹੇ ਸਰ। ਤੁਸੀਂ ਡੇਲੀ ਦਾ ਤਾਂ ਮੈਨੂੰ ਪਤਾ ਨਹੀਂ, ਅੱਜ ਨਹੀਂ ਹੈ ਬਸ ਹਾਂਜੀ ਅੱਜ ਬਿਲਕੁਲ ਹੀ ਗੰਦ ਹੈ। ਦੇਖੋ ਮੈਨੂੰ 1:30 ਵਜੇ ਮੈਨੂੰ ਲੱਗਦਾ ਨਹੀਂ ਹੈ, ਇਹ ਤਾਂ ਐ ਲੱਗਦਾ ਜਿਵੇਂ ਸਾਲਾਂ ਬੱਧੀ ਚੱਕੀ ਨਹੀਂ ਹੁੰਦਾ। ਨਹੀਂ ਸਰ, ਤੁਸੀਂ ਆਪ ਹੀ ਦੇਖੋ ਇਹਨੂੰ ਕੌਣ ਕਹੂਗਾ ਵੀ ਚੱਕਿਆ ਜਾਊਗਾ 1:30 ਵਜੇ, ਇਹ ਤਾਂ ਐ ਲੱਗਦਾ ਜਿਵੇਂ ਕਦੇ ਮੌਕੇ ਤੇ ਸਫਾਈ ਕੀਤੀ ਗਈ ਹੈ। ਇਸ ਟਾਈਮ ਤੁਹਾਡੇ ਪਿੰਡ ਦਾ ਗਹਾਰਾ ਤੋਂ ਪਤਾ ਲੱਗਾ ਤੁਹਾਡਾ ਆਲਾ ਦੁਆਲਾ ਜਿਹੜਾ ਬਿਲਕੁਲ ਖੁਸ਼ ਨਹੀਂ ਹੈ ਤੁਹਾਡੀ ਕਾਰਗੁਜ਼ਾਰੀ ਤੋਂ। ਇਹ ਨਹੀਂ ਹੈ ਵੀ ਜੇ ਅੱਜ ਹੈਲਥ ਮਿਨਿਸਟਰ ਨੇ ਆਉਣਾ ਤਾਂ ਹੀ ਆਪਾਂ ਸਾਫ਼ ਕਰਨੀ, ਸਾਰੀ ਆਪਣੀ ਜ਼ਿੰਮੇਵਾਰੀ ਆਪਾਂ ਕਦੋਂ ਸਮਝਾਂਗੇ। ਤੁਸੀਂ ਇੱਕੋ ਹੀ ਸਾਡੇ ਕੋਲ ਸਫਾਈ ਸੇਵਕ ਹੈ ਸਰ ਮੇਰੀ ਬੇਨਤੀ ਹੈ, ਨਗਰ ਕੌਂਸਲ ਤੋਂ ਲੋਕ ਐਸਡੀਐਮ ਸਾਹਿਬ ਤੁਹਾਡੇ ਲਵੇ ਖੜੇ ਨੇ, ਉਹਨਾਂ ਨੂੰ ਕਹੋ ਬਦਲਵੇਂ ਪ੍ਰਬੰਧ ਕਰਕੇ ਦੇਣਗੇ। ਹਾਂਜੀ ਸਰ ਇਹ ਕੋਈ ਬਹਾਨੇਬਾਜ਼ੀ ਨਹੀਂ ਸਰ, ਨਹੀਂ ਸਰ, ਸਮਝੋ ਨਾ। ਐਸਡੀਐਮ ਸਾਹਿਬ ਪ੍ਰੋਪਰ ਤੁਸੀਂ ਹੋ ਜਾਏ ਉਰੇ ਰੋਜ਼ ਗੇੜਾ ਮਾਰਨਾ ਹੈ। ਜੇ ਤੁਹਾਡੀ 2 दिन ड्यूटी है ਜਾਂ 3 दिन ड्यूटी है, ਤੁਸੀਂ 3 दिन हॉस्पिटल जरूर विजिट करना है। ਇਹ ਸਾਡੀ ਮੁੱਢਲੀ ਪ੍ਰਾਇੋਰਟੀ ਹੈ। ਅਸੀਂ ਜੇ ਸਿਹਤ ਸੇਵਾ ਮੰਗਦੇ ਸਾਡੇ ਕੀ ਦੇਣਾ ਸਰ, ਮੈਂ ਕਦੇ ਵੀ ਵਿजिट ਕਰ ਸਕਦਾ। ਇਹ ਨਾ ਸੋਚੋ ਦੱਸ ਕੇ ਆਉਂਗਾ ਅੱਜ ਮੇਰੀ ਮਜਬੂਰੀ ਸੀ, ਸਮਝੋ ਗੱਲ ਨੂੰ। ਮੈਂ ਤੁਹਾਨੂੰ ਘੰਟਾ ਪਹਿਲਾਂ ਪਤਾ ਲੱਗ ਗਿਆ ਤੁਹਾਨੂੰ, ਪਰ ਇਹ ਨਹੀਂ ਸਰ, ਇਹ ਨਹੀਂ ਚਾਹੀਦਾ। ਕਾਸ਼ ਆਪਣੇ ਬੱਚੇ ਇਸ ਉਸ 'ਚ ਰਹਿ ਸਕਦੇ। हॉस्पिटल के मामले पुरानियां सरकारां च रहे ने, मैनू हर एक चीज का हकीकत का पता, सो मैं हकीकत देखना। इंपॉर्टेंट हॉस्पिटल है, नेशनल हाईवे नाल कनेक्टेड है, बहुत सारियां खामियां ਤੁਹਾਨੂੰ ਵੇਖਣ ਨੂੰ ਮਿਲੀਆਂ, ਕੀ ਲੱਗਦਾ? ਸਾਰੀਆਂ ਖਾਮੀਆਂ ਦੂਰ ਕਰਾਂਗੇ। ਕਈ ਵਾਰੀ ਤਾਲਮੇਲ ਦੀ ਘਾਟ ਹੁੰਦੀ ਆ, ਉਹ ਸਾਰੀਆਂ ਪੂਰੀਆਂ ਕਰਾਂਗੇ। ਪ੍ਰਮਾਤਮਾ ਕਰੇ ਹਫਤੇ ਦੇ ਵਿੱਚ ਤੁਸੀਂ ਇਹਦਾ ਰਿਜ਼ਲਟ ਹੈ ਜਿਹੜਾ ਸਾਰੇ ਆਣਾ ਪਹਿਲਾਂ ਕੁਝ ਵੋਟਾਂ ਖਾਲੀ ਦੇਖੋ कि हमें भी इसी पार्टी में काम करना है, हमें भी इसी पार्टी में काम करना है। कई बार मैं रैली के बाद जो गांव में इकट्ठ होता था मैं चला जाता था, लेकिन एक आदमी रजिस्टर लेकर बैठ जाता था, वो घंटा घंटा नाम लिखता रहता था कि जी मेरा नाम भी लिख लो, मेरा फोन नंबर भी लिख लो। मैं भी पंजाब को दोबारा रंगला पंजाब देखने में अपना हिस्सा, अपना योगदान जो है वो देना चाहता हूं। तो ऐसे धीरे धीरे हमारा संगठन बना, फिर जिला प्रधान बने, ब्लॉक प्रधान बने, सर्कल प्रधान बने, गांव का प्रधान बना, वार्ड का प्रधान बना, फिर बूथ पर 2-2, 3-3, 4-4, 5-5 लड़कों ने जिम्मेदारी संभाली, खासतौर पे यूथ ने। तो आज उसी संगठन की वजह से आप देख रहे हो कि सिर्फ 8 साल में 14 में जिस पार्टी का एक भी वॉलंटियर किसी गांव में नहीं था, 2022 में उस पार्टी की 92 विधायकों के साथ 117 में से आज सरकार है।
इसीलिए कार्यकर्ता को रीढ़ की हड्डी बोला जाता है, कार्यकर्ता रीढ़ है। तो आज सभी कार्यकर्ता आए हैं, आप लोगों का योगदान इतिहास में लिखा जाएगा, सुनहरी अक्षरों में लिखा जाएगा कि आप लोगों ने हिमाचल के आने वाले चुनाव में जब आप मेहनत करोगे, जब आप जाओगे, कुछ दुश्वारियां भी आएंगी, मुश्किलें आएंगी, क्योंकि जो भी आदमी सिस्टम के खिलाफ बोलता है, या सिस्टम को अच्छा करने की, या सिस्टम को सुधारने की बात करता है, ये नेचुरल है, ये पक्की बात है कि जो उस सिस्टम से फायदा लेते हैं, जो उस सिस्टम के बेनिफिशियरी हैं, वो बाउंस बैक करते हैं। हमारे पंजाब में भी हुआ, किसी पे पर्चा कर दिया, किसी को बोल दिया तुमने आज जाना नहीं है, कहीं रैली करनी, बसें नहीं जाने देनी, ऐसा हुआ। लेकिन दरिया जो हैं वो अपना रास्ता खुद बनाते हैं, दरिया को रोका नहीं जा सकता। सो आप दरिया के रूप में आज आम आदमी पार्टी के समंदर में आ रहे हो, आप सबका स्वागत है, वेलकम है। और मेरे लिए हिमाचल जो है वो दूसरे घर की तरह है, क्योंकि मैं जब मैं कलाकार के तौर पे काम करता था, बहुत से शो, बहुत बार हिमाचल में बिलासपुर, मंडी, कुल्लू, शिमला, रिकांगपियो, बहुत बार हमने परफॉर्म किया। और कई बार मैं पूछता था हिंदी में बोलूं या पंजाबी में, तो ज़्यादातर लोग कहते थे पंजाबी पंजाबी। सो हमारा रिश्ता छोटे बड़े भाई का है हिमाचल के साथ। और आज एक ओथ, एक प्रण लेना है कि हमने देश के लिए काम करना है। हिमाचल और पंजाब की एक सिमिलरिटी है, एक समानता है। हिमाचल और पंजाब के बहुत बड़ी संख्या में नौजवान जो हैं वो फौज में हैं, वो अफसर हैं फौज में, वो बॉर्डरों पर हमारे देश की जो आजादी, जो भगत सिंह, राजगुरु सुखदेव, जो लाला लाजपत राय, मदन लाल ढींगरा, जो करतार सिंह सराभा ने लेके दी थी, उसकी रक्षा करते हैं। तो इसलिए हम लोग देशभक्त लोग हैं। हम अपने देश को आगे लेके जाने के लिए कोई भी प्रण कर सकते हैं। दिल्ली के बाद पंजाब, पंजाब के बाद अब हिमाचल, और मौसम थोड़ा ठीक हो जाए तो आपसे मिलना जुलना आसान भी हो जाएगा और मिलना जुलना ज़्यादा भी हो जाएगा। तो जितने भी इस वक्त कार्यकर्ता सुन रहे हैं स्क्रीन पर, हम लोग आम लोग हैं। हम लोग किसी पॉलिटिकल फैमिली से हम नहीं आए, किसी का बाप मंत्री नहीं था, किसी का ताया राज्यपाल नहीं था, किसी का चाचा किसी पार्टी में कोई बड़े पद पर नहीं था। हम आम लोग हैं। कोई वकील है, कोई कलाकार है, कोई पत्रकार है, कोई डॉक्टर है। अरविंद जी IRS ऑफिसर थे, इनकम टैक्स कमिश्नर थे। इनकम टैक्स के ऑफिस में कहा जाता है कि कर्मचारी भी अगर चाहें, सभी एक जैसे नहीं होते, तो वो एक दिन में नोटों की बोरी भर के लेके जा सकते हैं घर पे, लेकिन कमिश्नर लेवल पे तो बहुत ही बड़ी बात है। तो इन्होंने अपनी उस नौकरी को त्याग कर ये फैसला किया कि मैं देश के लिए लड़ूंगा। दुश्वारियां आई, 15-15 दिन, 20-20 दिन अनशन पे बैठे, उठा के ले गए, जेल गए, बहुत खुश हुआ। लेकिन आज वो देश के सबसे क्रांतिकारी मुख्यमंत्रियों में उनका नाम आता है और पूरे देश की राजनीति को उन्होंने बदल के रख दिया। इन्होंने पहले ही कहा था, हम राजनीति करने नहीं, हम राजनीति बदलने आए हैं। पंजाब में ये बात मेरी ध्यान से सुन लेना, 92 MLA हैं। उन 92 से 82 पहली बार MLA बने हैं।
और 26 साल के, 27 साल के, 28 साल के, 29, 30, 31, 32, 33, 35 साल तक 50 से ज्यादा हैं। इसका मतलब क्या है? ये काम सिर्फ आम आदमी पार्टी कर सकती है कि आम लोगों के बेटे बेटियों को विधानसभा की या लोकसभा की सीढ़ियां दिखा सकती है। वरना जो रवायती पार्टियां हैं उनमें तो बारी ही नहीं आती। वहां तो फैमिली कल्चर चल गया, बाप बेटा बहू भूआ मामा फुफ्फा, यही चलता है। आम लोग तो सिर्फ या तो लाठियां खाने के लिए या फिर नारे लगवाने के लिए रखे हुए हैं। बस आप वहां जाओ, पानी के कैनन के सामने तुम खड़े हो, मुर्दाबाद के नारे तुम लगाओ, जीतेंगे हम। तो आम आदमी पार्टी एक ऐसी पार्टी है जो आम लोगों को आगे लेकर आती है। उनमें मैं भी हूं। मैं एक टीचर का बेटा हूं। मेरे पिताजी साइंस मास्टर थे। मैंने नहीं सोचा था कि एक पार्टी बनेगी, मैं उसका मेंबर बनूंगा और फिर उसके बाद वो पार्टी मुझे इस ओहदे तक ले आएगी कि पंजाब को ठीक करने की जिम्मेदारी मेरी, जो 3.25 करोड़ लोगों ने, पंजाब के लोगों ने दी है। हम मिलके काम कर रहे हैं, हम छोटे बड़े भाई की तरह काम करते हैं। हमारे यहां बॉस कल्चर नहीं है आम आदमी पार्टी में कि इसको बुला ही नहीं सकते। हमारे यहां ये नहीं है कि उम्र से चाहे 3 साल छोटा हो, उम्र से 30 साल छोटा हो। मैंने देखे हैं वहां पार्लियामेंट में उम्र में 30 साल छोटा, लेकिन बुजुर्ग को पांव छूने पड़ रहे हैं क्योंकि उसके पास पावर है। हमारे यहां परिवार की तरह एक रहते हैं। आज हमारे परिवार में हिमाचल में वृद्धि हो रही है, बहुत बहुत ज्यादा खुशी हो रही है। बस मेरे ख्याल में चंद किलोमीटर सोलन रह गया था, अचानक से बादल एक आया कि चौपर उन्होंने फैसला किया कि हम वापस जाएंगे, लेकिन वादा करते हैं दोबारा फिर आएंगे। और जितने भी आपके यहाँ प्रबंधक हैं जो पर्दे के पीछे रह के काम करते हैं, मैं चाहूंगा उनके लिए एक जोरदार ताली भी हो जाए। और क्योंकि आम आदमी पार्टी पूरे देश में फैल रही है, इसलिए बहुत सी दिक्कतें भी आएंगी। आपके यहां भी आएंगे, घर पे भी आएंगे। पोस्टर क्यों लगा रखा है, तुम उनकी रैली में मत जाओ, तुम कितने आदमी लेके जा रहे हो। ये छोटी मोटी बातें हैं, इनसे घबराने की जरूरत नहीं है। बस एक ही प्रण करना है। दुनिया में बड़े बड़े लोग आए, पैसे वाले आए, लेकिन खाली हाथ चले गए। लेकिन जो देश के लिए कुछ कर गए, उनका नाम है, उनको लोग याद करते हैं। अपने लिए हर एक जीता है, देश के लिए जीतो, देश के लिए जियो तो बड़ी बात है। शहीद आजम भगत सिंह का एक शेर है कि इश्क करने का सबको पैदाइशी हक है, इश्क करने का सबको पैदाइशी हक है, क्यों ना इस बार वतन की सरजमी को महबूब बना लिया जाए। वो योद्धे जिन्होंने वतन की सरजमी को महबूब बनाया, उन्हीं को हम याद करते हैं। इसीलिए भगत सिंह 23 साल के थे जब उनकी शहीदी हुई। वो आने वाले 500 साल के बाद भी वो 23 साल की रहेंगे। तो जो शहीद हैं वो अमर होते हैं, वो कभी मरते नहीं हैं। लेकिन हम तो भगत सिंह के पांव के तिनके की धूल के तिनके के बराबर भी नहीं है। लेकिन अगर हम उनके दिखाए हुए रास्ते पर 0.01% भी चलें तो भी बहुत सुधार हो सकता है। मुझे उम्मीद है कि हिमाचल जो है, जो बिल्कुल साथ में पंजाब के पहाड़ियां शुरू हो जाती हैं यहाँ से पंचकूला से, तो मुझे उम्मीद है कि यही जाग जो है वो उधर भी मिलेगा। क्योंकि कहते हैं कि दही जितना मर्जी जमाना हो, जाग का तो 1 चम्मच ही चाहिए होता है। दिल्ली से जाग लिया हमने, पंजाब में ईमानदारी का दही जमाया। अब दिल्ली और पंजाब आपको 2 चम्मच दे रहे हैं, हम 2 चम्मच जाग के दे रहे हैं। तो हिमाचल में भी ईमानदारी का दही जमाओ। ये आपके बिना मुमकिन नहीं है,
पब्लिक बड़ी है। लोकतंत्र में लोग बड़े होते हैं, नेता बड़े नहीं होते। पब्लिक जब चाहे आदमी अर्श पर, पब्लिक जब चाहे आदमी फर्श पर। तो इसलिए हम तो आम लोग हैं, आओ इकट्ठे होके अपने देश को आगे लेके जाएं, अपने प्रदेश को आगे लेके जाएं, ताकि आने वाली जो पीढ़ियां हैं, आने वाली जो जनरेशन है, वो आपको इस बात के लिए शुक्रिया करें कि आपने समय पर एक सही फैसला लिया और उसके बाद हमें अच्छा जो फ्यूचर, हमें अच्छा भविष्य मिला। मैं ज़्यादा समय नहीं ले लूँगा क्योंकि ज़्यादातर हमने फ़ायदा उठाना है, क्योंकि मैं तो कभी भी आ जाऊँगा आपके पास। दिल्ली के मुख्यमंत्री अरविंद केजरीवाल जी से मैं निवेदन करूँगा कि वो आपके साथ विचार और आम आदमी पार्टी का एजेंडा, आने वाले दिनों की जो योजनाएं, वो आपके साथ साझा करें। श्री अरविंद केजरीवाल जी। थैंक यू भगवंत, आप सब लोगों